ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸੰਦੇਸ਼ ਵਾਲਕ ਸ਼ਰਮਾ। ਜਗਬਾਣੀ ਟੀਵੀ ਤੇ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਵੇਲੇ ਹੁਣ ਤੱਕ ਦੇ ਹਮ ਖਬਰਾਂ ਦੇ ਵਿਸਤਾਰ ਵਿੱਚ ਜਾਣ ਤੋਂ ਪਹਿਲਾਂ ਇੱਕ ਨਜ਼ਰ ਸੁਰਖੀਆਂ ਤੇ। ਚੰਡੀਗੜ੍ਹ ਸਮੇਤ ਦੇਸ਼ ਭਰ ਵਿੱਚ ਨੌਜਵਾਨ ਕ੍ਰਿਕਟਰਸ ਲਈ ਵੱਡੀ ਖੁਸ਼ਖਬਰੀ। ਅੰਡਰ 19 ਖਿਡਾਰੀ ਹੁਣ ਰਣਜੀ ਟਰਾਫੀ ਵਿੱਚ ਲੈ ਸਕਣਗੇ ਹਿੱਸਾ। ਚੰਡੀਗੜ੍ਹ ਵਿੱਚ ਇਸ ਮਹੀਨੇ 3 ਦਿਨਾਂ ਦੇ ਲਈ ਗੰਭੀਰ ਬਿਜਲੀ ਸੰਕਟ ਹੋਣ ਵਾਲਾ ਹੈ ਖੜਾ। ਤੇ ਚੰਡੀਗੜ੍ਹ ਦੇ ਵਿੱਚ ਹੀ ਵਾਹਨ ਦਾ ਨਹੀਂ ਬਲਕਿ ਊਠ ਦਾ ਕੱਟਿਆ ਗਿਆ ਚਲਾਨ। ਤੇ ਹੁਣ ਖਬਰਾਂ ਵਿਸਤਾਰ ਨਾਲ। ਖਬਰਾਂ ਦੀ ਸ਼ੁਰੂਆਤ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਇੱਕ ਖੁਸ਼ਖਬਰੀ ਦੀ ਕਰ ਲੈਂਦੇ ਹਾਂ। ਜਿਹਾਂ ਚੰਡੀਗੜ੍ਹ ਸਮੇਤ ਦੇਸ਼ ਭਰ ਦੇ ਨੌਜਵਾਨਾਂ ਦੇ ਲਈ ਇੱਕ ਖੁਸ਼ੀ ਭਰੀ ਖਬਰ ਹੈਗੀ ਹੈ। ਹੁਣ ਅੰਡਰ 19 ਖਿਡਾਰੀ ਹੈਗੇ ਨੇ ਜਿਹੜੇ ਉਹ ਰਣਜੀ ਟਰਾਫੀ ਦੇ ਵਿੱਚ ਵੀ ਹਿੱਸਾ ਲੈ ਸਕਣਗੇ। ਚੰਡੀਗੜ੍ਹ ਸਮੇਤ ਦੇਸ਼ ਭਰ ਦੇ ਨੌਜਵਾਨ ਕ੍ਰਿਕਟ ਖਿਡਾਰੀਆਂ ਵਾਸਤੇ ਵੱਡੀ ਖੁਸ਼ਖਬਰੀ ਆਈ ਹੈ। ਦਰਅਸਲ ਅੰਡਰ 19 ਦੇ ਖਿਡਾਰੀ ਹੁਣ ਰਣਜੀ ਟਰਾਫੀ ਵਿੱਚ ਹਿੱਸਾ ਲੈ ਸਕਣਗੇ। यूटी क्रिकेट एसोसिएशन ਵੱਲੋਂ ਭੇਜੇ ਗਏ ਪ੍ਰਸਤਾਵ ਨੂੰ ਭਾਰਤੀ ਕ੍ਰਿਕਟ ਕੰਟਰੋਲ ਬੋਰਡ BCCI ਨੇ ਮਨਜ਼ੂਰ ਕਰ ਲਿਆ ਹੈ। ਉੱਥੇ ਇਸ ਦੀ ਜਾਣਕਾਰੀ ਦਿੰਦੇ ਹੋਏ UTCA ਦੇ ਪ੍ਰਧਾਨ ਸੰਜੇ ਟੰਡਨ ਨੇ ਕਿਹਾ ਕਿ ਇਹ ਮੰਗ BCCI ਤੋਂ ਕੀਤੀ ਗਈ ਸੀ। BCCI ਸਕੱਤਰ ਜੈ ਸ਼ਾਹ ਦੇ ਸਾਹਮਣੇ ਇਸ ਮੰਗ ਨੂੰ ਰੱਖਿਆ ਗਿਆ ਸੀ। BCCI ਨੇ ਸਾਰੇ ਪਹਿਲੂਆਂ ਤੇ ਗੌਰ ਕਰਨ ਤੋਂ ਬਾਅਦ ਇਸ ਮੰਗ ਨੂੰ ਮਨਜ਼ੂਰ ਕਰ ਲਿਆ ਹੈ। ਸੰਜੇ ਟੰਡਨ ਨੇ ਕਿਹਾ ਕਿ ਇਹ UT ਕ੍ਰਿਕਟ ਐਸੋਸੀਏਸ਼ਨ ਲਈ ਖੁਸ਼ਖਬਰੀ ਹੈ। ਹੁਣ ਚੰਡੀਗੜ੍ਹ ਦੇ ਖਿਡਾਰੀ ਤਿੰਨਾਂ ਫਾਰਮੈਟ 'ਚ ਖੇਡ ਸਕਣਗੇ ਅਤੇ ਉਹਨਾਂ ਨੂੰ ਪਹਿਚਾਣ ਵੀ मिलेगी। यूटी क्रिकेट एसोसिएशन लगभग 40 बरस पुरानी एक संस्था है जो चंडीगढ़ में क्रिकेट को मान्यता दिलाने के लिए बनाई गई थी और इस बारे में यही कयास लगाए जाते थे कि पंजाब, हरियाणा, हिमाचल यहाँ से डोमिनेंट एसोसिएशंस हैं और चंडीगढ़ शहर के जो उभरते हुए खिलाड़ी होते थे वो भी कोई पंजाब से या हरियाणा से या हिमाचल से खेलते थे। मेरे को 2016 में इसका अध्यक्ष बनने का मौका मिला तो इसके बारे में हमने प्रयास शुरू किया कि चंडीगढ़ की जो क्रिकेट एसोसिएशन है उसको मान्यता मिल सके। पुराने समय में आप सब लोग जानते होंगे कपिल देव जो चंडीगढ़ में पैदा हुए, चंडीगढ़ में खेलते थे, लेकिन उनको देश के क्रिकेट में एंटर करने के लिए हरियाणा से जाना पड़ा। अशोक मल्होत्रा एक उभरता हुआ नाम, उनको भी ऐसे ही करना पड़ा। युवराज सिंह का नाम, योगराज सिंह का नाम, ऐसे कई क्रिकेटर्स हैं जो चेतन शर्मा आज जो सिलेक्टर्स नेशनल सिलेक्टर के चेयरमैन हैं तो वो भी चंडीगढ़ से ही हैं और उनको भी खेलने के लिए दूसरी एसोसिएशंस का सहारा लेना पड़ा। जब हमने ये सफ़र तय करते हुए हमने BCCI के अंदर अपने एप्लीकेशन दी, लेकिन उस समय BCCI ने इसके ऊपर ध्यान नहीं दिया तो ये जो सुप्रीम कोर्ट की जो ऑर्गेनाइजेशन थी तो उस वक़्त सुप्रीम कोर्ट के रिप्रेजेंटेटिव BCCI को चला रहे थे। तो मैंने सुप्रीम कोर्ट में जो केस चल रहा था उसके अंदर मैंने अपनी UTCA की तरफ से एप्लीकेशन दी। सुप्रीम कोर्ट ने हमारी एप्लीकेशन पे संज्ञान लेते हुए उन्होंने BCCI की जो ऑर्गेनाइजेशन जो इंचार्ज थे तो उनको हिदायत दी कि आप चंडीगढ़ के इस क्लेम को आप जरा जांच के अपनी रिपोर्ट दें। UTCA ਦੇ ਇਸ ਪ੍ਰਸਤਾਵ ਦੇ ਮਨਜ਼ੂਰ ਹੋਣ ਦੀ ਖੁਸ਼ਖਬਰੀ ਤਦ ਆਈ ਜਦੋਂ ਸ਼ਹਿਰ ਦੇ ਦੋ ਨੌਜਵਾਨ ਖਿਡਾਰੀਆਂ ਨੇ ਵਰਲਡ ਕੱਪ ਵਿੱਚ ਸ਼ਾਨਦਾਰ ਖੇਡ ਕਰ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ। ਟੰਡਨ ਵੱਲੋਂ ਕੀਤੀ ਗਈ ਇਸ ਪਹਿਲ ਵਿੱਚ ਦੇਸ਼ ਦੇ ਸਾਰੇ 39 ਕ੍ਰਿਕਟ ਬੋਰਡ ਅਤੇ ਸੰਘ ਨੂੰ ਫਾਇਦਾ ਮਿਲੇਗਾ। ਇਸ ਦੇ ਮੁਤਾਬਿਕ ਨੌਜਵਾਨ ਕ੍ਰਿਕਟ ਖਿਡਾਰੀ ਨਾ ਸਿਰਫ ਅੰਡਰ 19 ਫਾਰਮੈਟ ਵਿੱਚ ਖੇਡ ਸਕਣਗੇ ਸਗੋਂ ਰਣਜੀ ਟਰਾਫੀ ਵਿੱਚ ਵੀ ਤਰਜਮਾਨੀ ਕਰ ਸਕਣਗੇ। ਜਗਬਾਣੀ ਟੀਵੀ ਲਈ ਕੁਲਦੀਪ ਕੁਮਾਰ ਦੀ ਰਿਪੋਰਟ। उधर चंडीगढ़ ਦੇ ਵਿੱਚ ਇੱਕ ਵੱਡਾ ਬਿਜਲੀ ਸੰਕਟ ਖੜਾ ਹੋਣ ਜਾ ਰਿਹਾ ਹੈ। ਦਰਅਸਲ ਚੰਡੀਗੜ੍ਹ ਦੇ ਵਿੱਚ ਇਸ ਮਹੀਨੇ 3 ਦਿਨਾਂ ਦੇ ਲਈ ਬਿਜਲੀ ਸੰਕਟ ਖੜਾ ਹੋਵੇਗਾ ਤੇ ਇਸ ਦਾ ਸਭ ਤੋਂ ਵੱਡਾ ਕਾਰਨ ਹੈ ਬਿਜਲੀ ਵਿਭਾਗ ਦੇ ਕਰਮਚਾਰੀਆਂ ਦਾ ਹੜਤਾਲ ਤੇ ਜਾਣਾ, ਜਿਸ ਦੇ ਚੱਲਦਿਆਂ ਬਿਜਲੀ ਦਾ ਵੱਡਾ ਕੱਟ ਲੱਗਣ ਦੀ ਸੰਭਾਵਨਾ ਹੈ।
ਚੰਡੀਗੜ੍ਹ 'ਚ ਇਸੇ ਮਹੀਨੇ 3 ਦਿਨਾਂ ਲਈ ਗੰਭੀਰ ਬਿਜਲੀ ਸੰਕਟ ਖੜਾ ਹੋਣ ਵਾਲਾ ਹੈ ਕਿਉਂਕਿ ਬਿਜਲੀ ਵਿਭਾਗ ਦੇ ਲਗਭਗ 100% ਸਟਾਫ ਵੱਲੋਂ 22 ਤੋਂ 24 ਫਰਵਰੀ ਤੱਕ ਹੜਤਾਲ ਤੇ ਜਾਣ ਦਾ ਐਲਾਨ ਕਰ ਦਿੱਤਾ ਗਿਆ ਹੈ। ਤਾਂ ਉੱਥੇ ਹੀ ਇਸ ਤੋਂ ਪਹਿਲਾਂ ਯੂਟੀ ਪਾਵਰਮੈਨ ਯੂਨੀਅਨ 15 ਫਰਵਰੀ ਨੂੰ ਮਹਾ ਰੈਲੀ ਵੀ ਕਰਨ ਜਾ ਰਹੀ ਹੈ। ਦਰਅਸਲ ਬਿਜਲੀ ਵਿਭਾਗ ਦੇ ਨਿੱਜੀਕਰਨ ਦੇ ਖਿਲਾਫ ਯੂਟੀ ਪਾਵਰਮੈਨ ਯੂਨੀਅਨ ਨੇ ਹੜਤਾਲ ਕਰਨ ਦਾ ਫੈਸਲਾ ਲਿਆ ਹੈ। ਆਰੋਪ ਹੈ ਕਿ ਮੁਨਾਫੇ ਦੇ ਬਾਵਜੂਦ ਵੀ ਬਿਜਲੀ ਵਿਭਾਗ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ, ਜਿਸ ਦੇ ਬਾਅਦ ਚੰਡੀਗੜ੍ਹ ਦੀ ਜਨਤਾ ਦਾ ਸ਼ੋਸ਼ਣ ਕੀਤਾ ਜਾਏਗਾ। ਉੱਥੇ ਹੀ ਹੁਣ ਯੂਟੀ ਪਾਵਰਮੈਨ ਯੂਨੀਅਨ ਪੰਫਲੇਟ ਜ਼ਰੀਏ ਲੋਕਾਂ ਨੂੰ ਜਾਗਰੂਕ ਕਰ ਰਹੀ है। यूटी पावरमैन यूनियन ने जो ये लीफलेट निकाला है, इसमें चंडीगढ़ के बिजली डिपार्टमेंट का जब से इन्होंने गैर कानूनी तौर पर निजीकरण का काम शुरू किया, वो सारी बातें जो वायलेशन भी की हैं, शुरू करने से लेके कैबिनेट अप्रूवल तक बहुत बड़ी धांधलियाँ भी हुई हैं। इसमें कानूनों की, नियमों की, एक्ट की उल्लंघना भी हुई है और सरेआम पब्लिक और चंडीगढ़ के बिजली कर्मचारियों के साथ धोखा किया गया है। उस धोखे के खिलाफ लगातार लड़ाइयाँ लड़ी गई हैं, संघर्ष किए गए हैं, हड़तालें भी की हैं, रैलियाँ भी की हैं, अर्थीफूक प्रदर्शन भी किए गए, मार्च भी किए गए और सारी ही पॉलिटिकल पार्टियों को, प्रशासन को, प्रशासक को, फाइनेंस सेक्रेटरी को, चीफ इंजीनियर को, प्रधानमंत्री जी को, बिजली मंत्री को, गृह मंत्री को कई सारे जो है वो मांग पत्र दिए गए हैं, लेकिन सरकार सच्चाई को समझने को तैयार नहीं है। इसी कड़ी में बिजली के कर्मचारियों का लगातार संघर्ष चल रहा है। उस संघर्ष की कड़ी में 1 फरवरी को एक लामिसाल हड़ताल की गई है। हड़ताल के बावजूद भी सरकार और प्रशासन का रुख जो है अड़ियल बना हुआ है। ਇਹਦੀ ਕੰਪਨੀ ਚੰਡੀਗੜ੍ਹ ਨੂੰ ਖਰੀਦ ਰਹੀ ਹੈ, ਜਿਹਨੇ ਟੈਂਡਰ ਭਰਿਆ ਏ ਉਹਦੇ ਅਸੀਂ ਰੇਟ ਜਿਹੜੇ ਕਿ ਆਪਣੇ ਭਰੋਸੇਯੋਗ ਸੂਤਰਾਂ ਤੋਂ ਉੱਥੇ ਦੀਆਂ ਯੂਨੀਅਨਾਂ ਤੋਂ ਲਏ ਆ, ਜਿਹੜੇ ਉਹਨਾਂ ਦੇ ਰੇਟ ਆ 7 ਰੁਪਏ 16 ਪੈਸੇ ਤੋਂ 7 ਰੁਪਏ 15 ਪੈਸੇ ਤੋਂ ਸ਼ੁਰੂ ਹੋ ਰਹੇ ਆ ਤੇ ਉਹਨਾਂ ਦਾ ਮੈਕਸਿਮਮ ਰੇਟ ਆ ਜਿਹੜੇ 13 ਰੁਪਏ ਤੱਕ ਜਾ ਰਹੇ ਆ। ਸੋ ਚੰਡੀਗੜ੍ਹ ਦੇ ਲੋਕਾਂ ਨੂੰ ਇਹ ਇੱਕ ਮੰਨ ਲਓ ਬੜਾ ਵੱਡਾ ਇੱਕ ਬੋਝ ਪੈਣ ਵਾਲਾ, ਉਹਦੇ ਲਈ ਇਹਨਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ, ਉਹਨਾਂ ਨੂੰ ਤਿਆਰ ਹੋਣ ਦੀ ਲੋੜ ਹੈ, ਸਰਕਾਰ ਦਾ ਵਿਰੋਧ ਕਰਨ ਦੀ ਲੋੜ ਹੈ, ਤਾਂ ਜੋ ਜਿਹੜਾ ਇਹ ਅਸੀਂ ਪ੍ਰਾਈਵੇਟ ਹੱਥਾਂ ਤੇ ਜਾਣ ਲਈ ਬਚ ਸਕੀਏ। ਤੇ ਸਰਕਾਰ ਵੱਲੋਂ ਜਿਹੜੀ ਇੱਕ ਗੁਲਾਮੀ ਦੀ ਮੁਹਿੰਮ ਲੋਕਾਂ ਨੂੰ ਗੁਲਾਮ ਕਰਨ ਦੀ ਸ਼ੁਰੂ ਕੀਤੀ ਹੋਈ ਹੈ, ਇਸ ਗੁਲਾਮੀ ਦੀ ਮੁਹਿੰਮ ਨੂੰ ਅਸੀਂ ਇੱਥੋਂ ਹੀ ਵਾਪਸ ਮੋੜ ਦਈਏ ਚੰਡੀਗੜ੍ਹ ਤੋਂ, ਤਾਂ ਜੋ ਕਿਸੇ ਹੋਰ ਮਹਿਕਮੇ ਨੂੰ ਕੱਲ੍ਹ ਨੂੰ ਇਹ ਪ੍ਰਾਈਵੇਟ ਨਾ ਕਰਨ। ਪਾਵਰਮੈਨ ਯੂਨੀਅਨ ਨੇ ਬਿਜਲੀ ਵਿਭਾਗ ਦੇ ਨਿੱਜੀਕਰਨ ਦੇ ਖਿਲਾਫ ਸਖਤ ਰਵੱਈਆ ਅਖਤਿਆਰ ਕਰ ਲਿਆ ਹੈ। ਯੂਨੀਅਨ ਦੇ ਅਹੁਦੇਦਾਰ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਉਹ 21 ਫਰਵਰੀ ਤੋਂ 3 ਦਿਨਾਂ ਦੀ ਹੜਤਾਲ ਤੇ ਬੈਠਣ ਵਾਲੇ ਹਨ। ਹੁਣ ਬਿਜਲੀ ਮਹਿਕਮੇ ਦੇ ਐਸਡੀਓ ਅਤੇ ਐਕਸੀਐਨ ਰੈਂਕ ਦੇ ਅਧਿਕਾਰੀ ਵੀ ਇਹਨਾਂ ਦੇ ਨਾਲ ਹੋ ਗਏ ਹਨ। ਇਹ ਅਧਿਕਾਰੀ ਸਿੱਧੇ ਤੌਰ ਤੇ ਸਟ੍ਰਾਈਕ ਤੇ ਭਾਗ ਨਹੀਂ ਲੈਣਗੇ ਅਤੇ ਮਾਸ ਕੈਜੂਅਲ ਲੀਵ ਤੇ ਰਹਿਣਗੇ। ਜਗਬਾਣੀ ਟੀਵੀ ਲਈ ਭਗਵਤ ਸਿੰਘ ਦੀ ਰਿਪੋਰਟ। ਚਲਾਨ ਹੁੰਦੇ ਤੁਸੀਂ ਬਹੁਤ ਤਰ੍ਹਾਂ ਦੇ ਦੇਖੇ ਹੋਣਗੇ, ਵੱਖ-ਵੱਖ ਤਰੀਕੇ ਦੇ ਚਲਾਨ ਹੈਗੇ ਨੇ ਤੇ ਚਲਾਨ ਭਰਨ ਦਾ ਇੱਕ ਤਰੀਕਾ ਵੀ ਹੈਗਾ, ਕੱਟਣ ਦਾ ਰੀਜ਼ਨ ਵੀ ਦੱਸਿਆ ਜਾਂਦਾ ਹੈਗਾ। ਪਰ ਚੰਡੀਗੜ੍ਹ ਦੇ ਵਿੱਚ ਇੱਕ ਅਜੀਬੋ-ਗਰੀਬ ਜਿਹਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਕਿਸੇ ਵਾਹਨ ਦਾ ਨਹੀਂ ਬਲਕਿ ਇੱਕ ਊਠ ਦਾ ਚਲਾਨ ਕੱਟਿਆ ਗਿਆ ਹੈ। ਉਸ ਊਠ ਦੀ ਗਲਤੀ ਕੀ ਹੈ ਉਹ ਦੇਖ ਲੈਣੇ ਇਸ ਰਿਪੋਰਟ ਵਿੱਚ। ਚੰਡੀਗੜ੍ਹ 'ਚ ਸੁਖਨਾ ਲੇਕ ਤੇ ਇੱਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਕਿਸੇ ਵਾਹਨ ਦਾ ਨਹੀਂ ਸਗੋਂ ਇੱਕ ਊਠ ਦਾ ਚਲਾਨ ਕੱਟਿਆ ਗਿਆ ਹੈ। ਉਹ ਵੀ ਇੱਕ ਨਹੀਂ 2 ਊਠਾਂ ਦਾ ਚਲਾਨ ਕੱਟਿਆ ਗਿਆ ਹੈ। ਸੁਖਨਾ ਲੇਕ ਤੇ ਆਉਣ ਵਾਲੇ ਸੈਲਾਨੀ ਊਠ ਦੀ ਸਵਾਰੀ ਦਾ ਮਜ਼ਾ ਮਾਣਦੇ ਹਨ, ਪਰ ਹੁਣ ਇੱਥੇ ਊਠ ਲਿਆਉਣ ਦੀ ਮਨਾਹੀ ਦੇ ਚਲਦਿਆਂ ਊਠ ਦੀ ਸਵਾਰੀ ਨਹੀਂ ਲਈ ਜਾ ਸਕਦੀ, ਕਿਉਂਕਿ ਊਠ ਲਿਆਉਣ ਵਾਲੇ ਊਠ ਮਾਲਕਾਂ ਦੇ ਚਲਾਨ ਕੱਟ ਕੇ ਇੱਥੇ ਊਠ ਨਾ ਲਿਆਉਣ ਦੀ ਸਖਤ ਹਦਾਇਤ ਦਿੱਤੀ ਗਈ ਹੈ। ਚੰਡੀਗੜ੍ਹ ਪ੍ਰਸ਼ਾਸਨ ਦੀ ਸੁਸਾਇਟੀ ਫॉर द ਪ੍ਰੀਵੈਂਸ਼ਨ ਦ ਕ੍ਰੂਐਲਿਟੀ ਟੂ ਐਨੀਮਲ SPCA ਵਿੰਗ ਦੇ ਇੰਸਪੈਕਟਰ ਪਰਮਿੰਦਰ ਡੋਗਰਾ ਟੀਮ ਦੇ ਨਾਲ ਸੁਖਨਾ ਲੇਕ ਪਹੁੰਚੇ ਸਨ। ਇੱਥੇ ਉਹਨਾਂ ਪਾਇਆ ਕਿ ਊਠ ਮਾਲਕਾਂ ਵੱਲੋਂ ਰਾਜਸਥਾਨ ਊਠ ਉਲੰਘਣ ਐਕਟ 2015 ਧਾਰਾ 5 ਤੇ ਉਪਧਾਰਾ 2 ਦੀ ਅਣਦੇਖੀ ਅਤੇ ਜਾਨਵਰਾਂ ਦੇ ਨਾਲ ਕਰੂਰਤਾ ਨਿਯਮ 1973 ਧਾਰਾ 6 ਦੀ ਉਲੰਘਣਾ ਕੀਤੀ ਗਈ ਹੈ, ਕਿਉਂਕਿ ਸ਼ਹਿਰ ਦਾ ਵਾਤਾਵਰਣ ਊਠਾਂ ਦੇ ਅਨੁਕੂਲ ਨਹੀਂ ਹੈ। ਉੱਥੇ ਹੀ ਇਹਨਾਂ ਊਠ ਮਾਲਕਾਂ ਦੇ ਕੋਲ ਊਠ ਦੀ ਸਵਾਰੀ ਦਾ ਕੋਈ ਲਾਇਸੈਂਸ ਨਹੀਂ ਸੀ ਅਤੇ ਨਾ ਹੀ ਇਹਨਾਂ ਨੇ ਆਪਣੇ ਊਠਾਂ ਦੀ ਰਜਿਸਟ੍ਰੇਸ਼ਨ ਸੰਬੰਧਿਤ ਵਿਭਾਗ ਤੋਂ ਕਰਵਾਈ ਸੀ। ਇਸ ਦੇ ਬਾਅਦ ਇੰਸਪੈਕਟਰ ਧਰਮਿੰਦਰ ਡੋਗਰਾ ਨੇ ਊਠਾਂ ਦਾ PCA ਐਕਟ 1960 ਦੇ ਤਹਿਤ ਚਲਾਨ ਕੱਟਿਆ ਅਤੇ ਉਹਨਾਂ ਦੇ ਮਾਲਕਾਂ ਨੂੰ ਇੱਥੇ ਮੁੜ ਊਠ ਲਿਆਉਣ ਤੋਂ ਮਨਾ ਕਰ ਦਿੱਤਾ ਗਿਆ ਹੈ। ਜਗਬਾਣੀ ਟੀਵੀ ਲਈ ਭਗਵਤ ਸਿੰਘ ਦੀ ਰਿਪੋਰਟ।
ਹਰ ਸਾਲ ਚੰਡੀਗੜ੍ਹ ਦੇ ਵਿੱਚ ਰੋਜ਼ ਫੈਸਟੀਵਲ ਮਨਾਇਆ ਜਾਂਦਾ ਹੈ। ਦੂਰ ਦੂਰ ਤੋਂ ਲੋਕ ਇਸ ਰੋਜ਼ ਫੈਸਟੀਵਲ ਨੂੰ ਦੇਖਣ ਆਉਂਦੇ ਨੇ ਕਿਉਂਕਿ ਇੱਥੇ ਵੱਖੋ-ਵੱਖ ਤਰ੍ਹਾਂ ਦੇ ਫੁੱਲ ਦੇਖਣ ਨੂੰ ਮਿਲਦੇ ਨੇ। ਇਸ ਵਾਰ 25 ਫਰਵਰੀ ਤੋਂ ਲੈ ਕੇ 27 ਫਰਵਰੀ ਤੱਕ ਰੋਜ਼ ਫੈਸਟੀਵਲ ਮਨਾਇਆ ਜਾ ਰਿਹਾ ਹੈ ਤੇ ਇਸ ਦੀਆਂ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਨੇ। ਚੰਡੀਗੜ੍ਹ ਵਿੱਚ ਕਰੋਨਾ ਮਾਮਲਿਆਂ ਵਿੱਚ ਆਈ ਭਾਰੀ ਕਮੀ ਨੂੰ ਵੇਖਦੇ ਹੋਏ ਰੋਜ਼ ਫੈਸਟੀਵਲ ਨੂੰ ਪਿਛਲੇ ਸਾਲਾਂ ਦੀ ਤਰ੍ਹਾਂ ਪੂਰੇ ਜ਼ੋਰ ਦੇ ਨਾਲ ਸੈਲੀਬ੍ਰੇਟ ਕੀਤਾ ਜਾਏਗਾ। ਇਸ ਸਾਲ 25 ਫਰਵਰੀ ਤੋਂ 27 ਫਰਵਰੀ ਤੱਕ ਰੋਜ਼ ਫੈਸਟੀਵਲ ਮਨਾਇਆ ਜਾਏਗਾ। ਇਸੇ ਦੇ ਚੱਲਦੇ ਨਗਰ ਨਿਗਮ ਨੇ ਇਸ ਦੀ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ। ਇਸ ਵਾਰ ਰੋਜ਼ ਫੈਸਟ ਉੱਤੇ 87 ਲੱਖ ਰੁਪਏ ਦਾ ਖਰਚ ਕੀਤਾ ਜਾਏਗਾ, ਜਿਸ ਨੂੰ ਲੈ ਕੇ ਸਦਨ ਨੇ ਵੀ ਪਰਮਿਸ਼ਨ ਦੇ ਦਿੱਤੀ ਹੈ। 3 ਦਿਨਾਂ ਤੱਕ ਚੱਲਣ ਵਾਲੇ ਇਸ ਫੈਸਟੀਵਲ ਵਿੱਚ ਟ੍ਰਾਈ ਸਿਟੀ ਦੇ ਇਲਾਵਾ ਬਾਹਰ ਤੋਂ ਵੀ ਟੂਰਿਸਟ ਆਉਂਦੇ ਹਨ। ਇੱਥੇ ਗੁਲਾਬ ਦੀਆਂ ਵੱਖ-ਵੱਖ ਵੈਰਾਈਟੀਜ਼ ਦੇਖਣ ਦੇ ਇਲਾਵਾ ਕਈ ਤਰ੍ਹਾਂ ਦੇ ਇਵੈਂਟਸ ਵੀ ਹੁੰਦੇ ਹਨ, ਪਰ ਇਸ ਵਾਰ ਕੋਰੋਨਾ ਦੇ ਮੱਦੇਨਜ਼ਰ ਘੱਟ ਇਵੈਂਟਸ ਹੋਣਗੇ। ਨਾਲ ਹੀ ਨਾਲ ਚੌਪਰ ਰਾਈਡ ਵੀ ਨਹੀਂ ਹੋਵੇਗੀ। ਇਸ ਵਾਰ ਰੋਜ਼ ਫੈਸਟੀਵਲ ਵਿੱਚ ਕੋਲਕਾਤਾ ਦੀ ਇੱਕ ਖਾਸ ਕਿਸਮ ਦੇ ਗੁਲਾਬ ਦੇ ਫੁੱਲ ਵੇਖਣ ਨੂੰ ਮਿਲਣਗੇ। ਹਾਂਜੀ, ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਕੋਵਿਡ ਕਰਕੇ 2 ਸਾਲ ਤੋਂ ਅਸੀਂ ਰੋਜ਼ ਫੈਸਟੀਵਲ ਨਹੀਂ ਸੀ ਮਨਾਇਆ। ਸਿੰਬੋਲਿਕ ਤਰੀਕੇ ਨਾਲ ਮਨਾਇਆ ਜਾ ਸੀਗਾ। ਕੋਈ ਵੀ ਚੀਫ ਗੈਸਟ ਨਹੀਂ ਸੀਗਾ ਇਸ 'ਚ। ਸੰਸਕ੍ਰਿਤੀ ਕਾਰਜਕ੍ਰਮ ਕੋਈ ਨਹੀਂ ਸੀਗੇ। ਲੋਕ ਆਉਂਦੇ ਸੀਗੇ ਤੇ ਜਾਂਦੇ ਸੀਗੇ। ਲੇਕਿਨ ਹੁਣ ਦੀ ਵਾਰ ਨਿਗਮ ਨੇ ਤੈਅ ਕੀਤਾ ਹੈ ਕਿ ਰੋਜ਼ ਫੈਸਟੀਵਲ ਜੋ ਪਹਿਲਾਂ 18 ਤੋਂ 20 ਸੀਗਾ, ਉਹ ਪੰਜਾਬ ਇਲੈਕਸ਼ਨ ਨੂੰ ਦੇਖਦੇ ਹੋਏ ਹੁਣ ਉਹ 25, 26, 27 ਕੀਤਾ ਗਿਆ ਹੈ ਤੇ ਉਹਦੇ ਅੰਤਰਗਤ ਰੋਜ਼ ਕੰਪੀਟੀਸ਼ਨ ਕਰਵਾਏ ਜਾਣਗੇ। ਲੋਕੀ ਆਪਣੇ ਫੁੱਲਾਂ ਦਾ ਡਿਸਪਲੇ ਕਰ ਸਕਦੇ ਨੇ। 2 ਸਾਲ ਕੋਵਿਡ ਕਰਕੇ ਇਹਦੇ 'ਚ ਰੋਜ਼ ਫੈਸਟੀਵਲ 'ਚ ਕਾਫੀ ਪੌਦੇ ਜੋ ਪੇੜ ਪੌਦੇ ਸੀ ਉਹ ਮੁਰਝਾ ਗਏ ਸੀਗੇ। ਉਹਨੂੰ ਧਿਆਨ 'ਚ ਰੱਖਦੇ ਹੋਏ ਕਲਕੱਤਾ ਤੋਂ ਕਾਫੀ ਵਧੀਆ ਕਿਸਮ ਦੇ ਜੇ ਫੁੱਲ ਨੇ ਇੱਥੇ ਲਿਆਂਦੇ ਗਏ ਨੇ, ਜੋ ਹਲੇ ਪੌਦੇ ਨੇ ਲਾਏ ਗਏ ਨੇ। ਬਟ ਤੁਹਾਨੂੰ ਅਗਲੀ ਵਾਰ ਰੋਜ਼ ਫੈਸਟੀਵਲ 'ਚੋਂ ਦੇਖਣ ਨੂੰ ਮਿਲਣਗੇ ਜਿਨ੍ਹਾਂ ਦੀ ਸੁੰਦਰਤਾ ਬਹੁਤ ਅਲੱਗ ਹੈ, ਜਿਹਦੇ ਕਰਕੇ ਰੋਜ਼ ਗਾਰਡਨ ਕਾਫੀ ਹਰਾ ਭਰਾ ਤੇ ਵਧੀਆ ਲੱਗੇਗਾ। ਨਗਰ ਨਿਗਮ ਨੇ 87 ਲੱਖ ਦਾ ਬਜਟ ਤੈਅ ਕੀਤਾ ਹੈ ਤੇ ਇਹਦੇ 'ਚ ਕੋਵਿਡ ਨੂੰ ਗਾਈਡਲਾਈਨ ਨੂੰ ਧਿਆਨ ਰੱਖਦੇ ਹੋਏ ਜੋ ਵੀ ਅਗਰ ਐਕਸਟੈਂਡ ਕਰਨਾ ਪਿਆ ਜਾਂ ਕੁਝ ਕਰਨਾ ਪਿਆ ਉਹਦੇ ਤਹਿਤ ਅਸੀਂ ਫਿਰ ਕਰਾਂਗੇ। ਪਿਛਲੇ 2 ਸਾਲਾਂ ਤੋਂ ਕਰੋਨਾ ਦੀ ਦੂਜੀ ਲਹਿਰ ਵਿੱਚ ਰੋਜ਼ ਫੈਸਟੀਵਲ ਨੂੰ ਸਿਰਫ ਸਿੰਬੋਲਿਕ ਰੱਖਿਆ ਗਿਆ ਸੀ ਅਤੇ ਪਬਲਿਕ ਲਈ ਕੋਈ ਇਵੈਂਟ ਨਹੀਂ ਹੋਈ ਸੀ। 26 ਤੋਂ 28 ਫਰਵਰੀ ਤੱਕ ਸਿੰਬੋਲਿਕ ਰੋਜ਼ ਫੈਸਟੀਵਲ ਦੇ ਆਖਰੀ ਦਿਨ ਕਰੋਨਾ ਹੀਰੋਜ਼ ਅਤੇ ਫਰੰਟਲਾਈਨ ਵਾਰੀਅਰਸ ਨੂੰ ਸਨਮਾਨਿਤ ਕੀਤਾ ਗਿਆ ਸੀ। ਇਹਨਾਂ ਦੇ ਇਲਾਵਾ ਸਮਾਜਿਕ ਕਾਰਜ ਕਰਨ ਵਾਲੀ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਅਤੇ NGO ਨੂੰ ਵੀ ਸਨਮਾਨਿਤ ਕੀਤਾ ਗਿਆ ਸੀ। ਜਗਬਾਣੀ ਟੀਵੀ ਲਈ ਭਗਵਤ ਸਿੰਘ ਦੀ ਰਿਪੋਰਟ। ਕਿਸੇ ਵੀ ਪਬਲਿਕ ਪਲੇਸ ਦੇ ਕੋਲ ਤੁਸੀਂ ਪਬਲਿਕ ਟਾਇਲਟ ਵੀ ਦੇਖੇ ਹੋਣਗੇ, ਪਰ ਇਹ ਜਿਹੜਾ ਪਬਲਿਕ ਟਾਇਲਟ ਦੇ ਨਾਲ ਜੁੜਿਆ ਹੋਇਆ ਮਾਮਲਾ ਸਾਹਮਣੇ ਆਇਆ ਹੈ, ਇਸ ਬਾਰੇ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ। ਦਰਅਸਲ ਇਸ ਪਬਲਿਕ ਟਾਇਲਟ ਨੂੰ ਬਣੇ ਹੋਏ ਤਾਂ ਬਹੁਤ ਸਮਾਂ ਹੋ ਗਿਆ, ਪਰ ਬਸ ਇਹ ਕਿਸੇ VIP ਦਾ ਇੰਤਜ਼ਾਰ ਕਰ ਰਿਹਾ ਹੈ ਕਿਉਂਕਿ ਕੋਈ VIP ਆਊਗਾ ਤਾਂ ਇਸ ਦਾ ਉਦਘਾਟਨ ਕਰੂਗਾ, ਜਿਸ ਦੇ ਚੱਲਦਿਆਂ ਆਮ ਲੋਕਾਂ ਨੂੰ ਤੇ ਨੇੜਲੇ ਦੁਕਾਨਦਾਰਾਂ ਨੂੰ ਕਾਫੀ ਦਿੱਕਤਾਂ ਪੇਸ਼ ਆ ਰਹੀਆਂ ਨੇ। ਚੰਡੀਗੜ੍ਹ ਸੈਕਟਰ 17 'ਚ ਇੱਕ ਪਬਲਿਕ ਟਾਇਲਟ ਬਣ ਕੇ ਤਿਆਰ ਹੋ ਚੁੱਕਿਆ ਹੈ। ਪਬਲਿਕ ਟਾਇਲਟ ਦਾ ਕੰਮ ਕਦੋਂ ਦਾ ਪੂਰਾ ਹੋ ਚੁੱਕਾ ਹੈ, ਪਰ ਇਸ ਨੂੰ ਆਮ ਲੋਕਾਂ ਦੇ ਲਈ ਇਸ ਲਈ ਨਹੀਂ ਖੋਲ੍ਹਿਆ ਜਾ ਰਿਹਾ ਕਿਉਂਕਿ ਇਸ ਦੇ ਉਦਘਾਟਨ ਲਈ ਕੋਈ ਵੀ VIP ਨਹੀਂ ਆ ਰਿਹਾ। ਇਹ ਸੈਕਟਰ 17 ਬ੍ਰਿਜ ਮਾਰਕੀਟ ਦੇ ਸਾਹਮਣੇ ਪਬਲਿਕ ਟਾਇਲਟ ਬਣ ਚੁੱਕਿਆ ਹੈ। ਇਸ ਦੇ ਰੈਨੋਵੇਸ਼ਨ ਦਾ ਕੰਮ ਵੀ ਪੂਰਾ ਹੋ ਚੁੱਕਿਆ ਹੈ, ਪਰ ਇਸ ਦੇ ਬਾਵਜੂਦ ਇਸ ਨੂੰ ਆਮ ਲੋਕਾਂ ਦੇ ਲਈ ਨਹੀਂ ਖੋਲ੍ਹਿਆ ਜਾ ਰਿਹਾ, ਜੋ ਕਿ ਸਮਝ ਤੋਂ ਪਰੇ ਹੈ। ਪਹਿਲਾਂ ਅਜਿਹਾ ਕਿਹਾ ਜਾ ਰਿਹਾ ਸੀ ਕਿ ਇਹ ਟਾਇਲਟ 1 ਜਨਵਰੀ ਤੋਂ ਖੋਲ੍ਹਿਆ ਜਾਏਗਾ, ਪਰ ਉਸ ਦੇ ਬਾਅਦ ਕਿਹਾ ਗਿਆ ਕਿ 1 ਫਰਵਰੀ ਨੂੰ ਖੋਲ੍ਹਿਆ ਜਾਏਗਾ। ਪਰ ਜਦੋਂ ਪਬਲਿਕ ਟਾਇਲਟ ਦਾ ਕੰਮ ਪੂਰਾ ਹੋ ਚੁੱਕਾ ਹੈ ਅਤੇ ਆਮ ਲੋਕਾਂ ਨੂੰ ਇਸ ਦੀ ਲੋੜ ਹੈ, ਉਹਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਸ ਦੇ ਬਾਵਜੂਦ ਇਸ ਨੂੰ ਕਿਉਂ ਨਹੀਂ ਖੋਲ੍ਹਿਆ ਜਾ ਰਿਹਾ? ਪਿਛਲੇ ਦਿਨੀ ਕਿਸੇ ਵਿਅਕਤੀ ਨੇ ਇਸ ਟਾਇਲਟ ਤੇ ਇੱਕ ਬੋਰਡ ਤੱਕ ਲਗਾ ਦਿੱਤਾ ਸੀ, ਜਿਸ ਤੇ ਇਹ ਤੰਜ ਕੱਸਿਆ ਗਿਆ ਸੀ ਕਿ ਇਹ ਪਬਲਿਕ ਟਾਇਲਟ ਨੂੰ ਖੋਲ੍ਹਣ ਲਈ VIP ਦੀ ਉਡੀਕ ਕੀਤੀ ਜਾ ਰਹੀ ਹੈ ਕਿ ਕਦੋਂ ਕੋਈ VIP ਇੱਥੇ ਆਏਗਾ ਤਾਂ ਇਸ ਪਬਲਿਕ ਟਾਇਲਟ ਨੂੰ ਖੋਲ੍ਹਿਆ ਜਾਏਗਾ। ਸੈਕਟਰ 17 ਇੱਕ ਅਜਿਹੀ ਜਗ੍ਹਾ ਹੈ ਜਿੱਥੇ ਵੱਡੀ ਗਿਣਤੀ 'ਚ ਸੈਲਾਨੀ ਪਹੁੰਚਦੇ ਹਨ ਅਤੇ ਇਸ ਨੂੰ ਸਿਟੀ ਹਾਰਟ ਵੀ ਕਿਹਾ ਜਾਂਦਾ ਹੈ। ਉੱਥੇ ਹੀ ਇਸ ਨੂੰ ਲੈ ਕੇ ਦੁਕਾਨਦਾਰਾਂ ਅਤੇ ਲੋਕਾਂ ਦਾ ਕਹਿਣਾ ਹੈ ਕਿ ਪਬਲਿਕ ਟਾਇਲਟ ਬਣ ਕੇ ਤਿਆਰ ਹੋ ਚੁੱਕਿਆ ਹੈ, ਪਰ ਉਸ ਨੂੰ ਆਮ ਲੋਕਾਂ ਲਈ ਖੋਲ੍ਹਿਆ ਨਹੀਂ ਜਾ ਰਿਹਾ, ਜਦੋਂ ਕਿ ਲੋਕਾਂ ਨੂੰ ਬਹੁਤ ਪਰੇਸ਼ਾਨੀ ਝੱਲਣੀ ਪੈ ਰਹੀ ਹੈ।
सब परेशानी तो बहुत ज़्यादा है सर, इसके करके कस्टमर ग्रोथ भी अब मार्केट में कम हो गया है। मैं भी एक दुकानदार हूँ, 17 में 30 सालों से काम कर रहा हूँ। परेशानी हम सबको है, हमें इतना मुश्किल हो रही है कि हम दुकानदारी कम, बाथरूम में ज़्यादा हमें परेशानी ज़्यादा हो रही है, क्योंकि पब्लिक कस्टमर जो है नीचे ही रह के जाता है, प्लाजा में मेन रह जाता है। ये प्लाजा जो है सेक्टर 17 का मेन फोकस है और ये मेन एरिया है जहाँ पे ग्रोथ कस्टमर की रोज ज़्यादा है। और यहाँ पे आज से नहीं, हमें 3-4 महीने हो चुके हैं परेशान होते हुए। ये बाथरूम इन्होंने अभी तक ओपन नहीं किया और ये तकरीबन ये रेडी हो चुका है सारा कुछ। और यहाँ पे जितने भी क्लाइंट आते हैं, बंदे आते हैं, कस्टमर आते हैं, टूरिस्ट भी आते हैं, बहुत परेशान होते हैं। और आप देख सकते हो यहाँ पर साइडों में जाके कितने स्मेल वगैरह आती है, वो यहीं पे साथ में बाथरूम कर देते हैं, क्योंकि बाथरूम की कोई सुविधा नहीं है यहाँ पर। पल्ली मार्केट में वहाँ पे दूर पड़ता है बाथरूम जाने के लिए। तो इसलिए आपसे गुजारिश है, आपके फर्स्ट पे के माध्यम से कहना चाहेंगे कि ये बाथरूम को जल्द से जल्द ओपन किया जाए। ਉੱਥੇ ਹੀ ਪਬਲਿਕ ਟਾਇਲਟ ਤੇ ਕੰਮ ਕਰਨ ਵਾਲੇ ਇੱਕ ਵਿਅਕਤੀ ਦਾ ਕਹਿਣਾ ਸੀ ਕਿ ਕੰਮ ਪੂਰਾ ਹੋ ਚੁੱਕਿਆ ਹੈ ਅਤੇ ਇਸ ਨੂੰ ਹੈਂਡਓਵਰ ਕੀਤਾ ਜਾਣ ਵਾਲਾ ਹੈ। हाँ बिल्कुल आ रही है जी, क्योंकि लोग फिर इधर उधर करते हैं, फिर वो भी स्मेल भी आती है, वो भी नुकसान होता है। साइड में जाके कर लेते हैं लोग, क्योंकि उनको मिलता नहीं। बात नहीं, वो कहते हैं अभी रेनोवेट हो रहा है जी, अभी चल रहा है, अभी बंदा नहीं मिल रहा बस। सर जब तक हैंड ओवर नहीं देंगे सर यूज़ नहीं कर सकते ना, हमारे पे धोने का फ़ायदा क्या है? इसको कल हमारा हैंड ओवर देगा, फिर उसके बाद चालू कर देंगे इसको। ਹੁਣ ਇਸ ਪਬਲਿਕ ਟਾਇਲਟ ਨੂੰ ਆਮ ਲੋਕਾਂ ਲਈ ਕਦੋਂ ਖੋਲ੍ਹਿਆ ਜਾਏਗਾ, ਇਹ ਤਾਂ ਸਮਾਂ ਹੀ ਦੱਸੇਗਾ। ਜਦੋਂ ਕਿ ਨਿਗਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਾਲੇ ਟਾਇਲਟ ਦਾ ਕੁਝ ਕੰਮ ਬਾਕੀ ਹੈ, ਇਸੇ ਲਈ ਹਾਲੇ ਤੱਕ ਇਸ ਨੂੰ ਆਮ ਲੋਕਾਂ ਦੇ ਲਈ ਨਹੀਂ ਖੋਲ੍ਹਿਆ ਗਿਆ। ਜਗਬਾਣੀ ਟੀਵੀ ਲਈ ਕੁਲਦੀਪ ਕੁਮਾਰ ਦੀ ਰਿਪੋर्ट। ऑनलाइन ठगी के बहुत सारे मामले सामने आते ही रहते हैं, पर फिर भी लोग सतर्क नहीं हो रहे, जागरूक नहीं हो रहे। तो इसे दे नाल जुड़िया होया एक होर मामला सामने आया चंडीगढ़ तो। चंडीगढ़ साइबर सैल ने एक अजिहे गिरोह का पर्दाफाश किया है जो ऑनलाइन ठगी करता सी। 3 लोगों को गिरफ्तार कर लिया है ते पुछगिछ जारी है। रुख मौसम का कर लेने तो लगातार हुण मौसम ने करवट लई हुई है, धुप निकल रही है, जिस नाल लोकां नूं राहत मिल रही है ते नालों नाल थोड़ा गर्मी का भी एहसास हो रहा है। तापमान की गल की जाए तो अज वध तो वध तापमान 23.2 डिग्री सैल्सियस ते घट्टो घट्ट तापमान 12.2 डिग्री सैल्सियस दर्ज किया गया। तो अज दे इस बुलेटिन दे विच बस इन्ना ही, फिर होवेगी मुलाकात। सत श्री अकाल।